ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ। ਮੰਨੇ ਕੀ ਗਤ ਕਹੀ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ, ਜਿਨ੍ਹਾਂ ਨੂੰ ਸਤਸੰਗਤ ਕਰਨ ਦਾ ਸੁਭਾਗ ਗੁਰੂ ਕਿਰਪਾ ਦੇ ਨਾਲ ਹਾਸਲ ਹੋਇਆ ਹੈ। ਸਤਿਗੁਰੂ ਦੇ ਪਾਸ ਗੁਰਸਿੱਖਾਂ ਨੇ ਸਵਾਲ ਕੀਤਾ, ਸਤ ਸੰਗਤ ਕੈਸੀ ਜਾਣੀਐ। ਹੇ ਗੁਰਦੇਵ ਜੀ, ਐ ਗਰੀਬ ਨਵਾਜ ਸਤਿਗੁਰੂ ਜੀ, ਸਾਨੂੰ ਕਿਰਪਾ ਕਰਕੇ ਇਹ ਦੱਸੋ, ਸਤ ਸੰਗਤ ਕਿਹੋ ਜਿਹੀ ਹੁੰਦੀ ਹੈ। ਤਾਂ ਹਜ਼ੂਰ ਨੇ ਨਾਲ ਲੱਗਦਾ ਹੀ ਜਵਾਬ ਦੇ ਦਿੱਤਾ, ਜਿੱਥੈ ਏਕੋ ਨਾਮ ਵਖਾਣੀਐ। ਸਤ ਸੰਗਤ ਉਸ ਸੋਭਤ ਦਾ ਨਾਮ ਹੈ, ਜਿੱਥੇ ਇੱਕ ਨਾਮ ਦੀ ਹੀ ਗੱਲ ਕੀਤੀ ਜਾਂਦੀ ਹੈ। ਸਾਰੀ ਗੁਰਬਾਣੀ ਨਾਮ ਦਾ ਹੀ ਸਰੂਪ ਹੈ। ਜਿੱਥੇ ਨਾਮ ਦੀ ਗੱਲ ਕੀਤੀ ਜਾਂਦੀ ਹੈ, ਜਿੱਥੇ ਕੇਵਲ ਬਾਣੀ ਦੀ ਵਿਚਾਰ ਕੀਤੀ ਜਾਂਦੀ ਹੈ, ਜਿੱਥੇ ਕੇਵਲ ਸ਼ਬਦ ਗੁਰੂ ਦੀ ਵਿਆਖਿਆ ਕੀਤੀ ਜਾਂਦੀ ਹੈ, ਜਿੱਥੇ ਸੱਚ ਦਾ ਹੀ ਨਿਰਣਾ ਕੀਤਾ ਜਾਂਦਾ ਹੈ, ਉਸ ਸੋਭਤ ਨੂੰ ਸਤ ਸੰਗਤ ਆਖਿਆ ਜਾਂਦਾ ਹੈ। ਸਤ ਸੰਗਤ ਕੈਸੀ ਜਾਣੀਐ, ਜਿਥੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਹਜ਼ੂਰ ਕਹਿੰਦੇ ਨੇ, ਜਿਹੜੇ ਵੀ ਗੁਰਸਿੱਖ ਮਾਈ ਭਾਈ ਸਤ ਸੰਗਤ ਵਿੱਚ ਆਉਂਦੇ ਹਨ, ਸਤਿਗੁਰੂ ਉਹਨਾਂ ਨੂੰ ਇੱਕੋ ਹੀ ਇਹ ਗੱਲ ਸਮਝਾਉਂਦੇ ਹਨ, ਗੁਰਮੁਖੋ, ਏਕੋ ਨਾਮ ਹੁਕਮ ਹੈ। ਤੁਸਾਂ ਇੱਕ ਨਾਮ ਦੇ ਨਾਲ ਜੁੜਨਾ ਹੈ। ਨਾਮ ਦੇ ਨਾਲ ਹੀ ਪਰਚਾ ਪਾਉਣਾ ਹੈ। ਇਹ ਤੁਹਾਨੂੰ ਗੁਰੂ ਦਾ ਹੁਕਮ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਾਨੂੰ ਸਤਿਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਇੱਕ ਨਾਮ ਦੇ ਨਾਲ ਹੀ ਜੁੜਨਾ ਚਾਹੀਦਾ। ਸਤਿਯੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ। तीनों जोग तीनों दिड़े, कल केवल नाम आधार। ਹਜ਼ੂਰ ਕਹਿੰਦੇ ਲੋਕੀ ਸਤਿਯੁਗ ਦੇ ਵਿੱਚ
ਸੱਚ ਬੋਲਦੇ ਸਨ। ਸਤਿਯੁਗ ਸੱਚ ਕਹੈ ਸਭ ਕੋਈ, ਸੱਚ ਤੇ ਟੇਕ ਰੱਖਦੇ ਸਨ। ਪਰ ਉਹਦੇ ਮੁਕਾਬਲੇ ਤੇ ਇਸ ਕਲਯੁਗ ਦੇ ਅੰਦਰ ਕੂੜ ਫਿਰੈ ਪ੍ਰਧਾਨ ਵੇ ਲਾਲੋ, ਝੂਠ ਹੀ ਪ੍ਰਧਾਨ ਹੋਇਆ ਫਿਰ ਰਿਹਾ ਹੈ। ਹਾਜ਼ੂਰ ਕਹਿੰਦੇ ਨੇ ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਕਲਯੁਗ ਦੇ ਅੰਦਰ ਝੂਠ ਮੱਸਿਆ ਦੀ ਰਾਤ ਵਾਂਗ ਛਾਇਆ ਹੋਇਆ ਹੈ। ਸੱਚ ਦਾ ਚੰਦਰਮਾ ਚੜਿਆ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ। ਹਾਜ਼ੂਰ ਕਹਿੰਦੇ ਨੇ ਇਸ ਕਲਯੁਗ ਦੇ ਵਿੱਚ ਕੂੜ ਦੀ ਅਮਾਵਸ ਨੇ ਸੱਚ ਨੂੰ ਕੱਜ ਲਿਆ ਹੈ। ਇਸ ਲਈ ਇਸ ਕਲਯੁਗ ਦੇ ਅੰਦਰ ਸੱਚ ਬੋਲਣਾ ਵੀ ਬਹੁਤ ਔਖਾ ਹੋ ਗਿਆ ਹੈ। ਜੇ ਕੋ ਸਤ ਕਰੇ ਸੋ ਸੀਜੈ, ਤਪ ਕਰ ਤਪ ਨਾ ਹੋਈ। ਜੇ ਕੋ ਨਾਉ ਲਏ ਬਦਨਾਵੀ, ਕਲ ਕੇ ਲਖਣ ਏਈ। ਇਸ ਕਲਯੁਗ ਦੇ ਵਿੱਚ ਜੇ ਕੋਈ ਸੱਚ ਬੋਲਦਾ ਵੀ ਹੈ ਉਹਨੂੰ ਲੋਕ ਅੱਛਾ ਨਹੀਂ ਗਿਣਦੇ। ਇਸੇ ਲਈ ਹਜ਼ੂਰ ਕਹਿੰਦੇ ਬਈ ਸਤਿਯੁਗ ਦੇ ਵਿੱਚ ਲੋਕ ਸੱਚ ਤੇ ਯਕੀਨ ਕਰਦੇ ਸਨ, ਸੱਚ ਬੋਲਦੇ ਸਨ, ਸੱਚ ਸੁਣਦੇ ਵੀ ਸਨ, ਸੱਚ ਦੀ ਕਦਰ ਸੀ। ਪਰ ਇਸ ਕਲਯੁਗ ਦੇ ਵਿੱਚ ਨਾ ਕੋਈ ਸੱਚ ਸੁਣਦਾ ਹੈ, ਨਾ ਹੀ ਕੋਈ ਸੱਚ ਬੋਲਦਾ ਹੈ, ਨਾ ਹੀ ਕੋਈ ਸੱਚ ਦੀ ਕਦਰ ਕਰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਇਸ ਕਲਯੁਗ ਦੇ ਵਿੱਚ ਸੱਚ ਦੀ ਟੇਕ ਲੈਣੀ ਵੀ ਔਖੀ ਗੱਲ ਹੋ ਗਈ ਹੈ। ਸਤਿਯੁਗ ਸਤ ਤੇਤਾ ਜਗੀ, ਤ੍ਰੇਤੇ ਵਿੱਚ ਲੋਕ ਜਗ ਕਰਦੇ ਸਨ ਕਿਉਂਕਿ ਉਹਨਾਂ ਦੇ ਪਾਸ ਧਨ ਬਹੁਤ ਜ਼ਿਆਦਾ ਸੀ, ਮਾਇਆ ਦੀ ਕੋਈ ਤੋਟ ਨਹੀਂ ਸੀ। ਇਸ ਲਈ ਤ੍ਰੇਤੇ ਵਿੱਚ ਲੋਕ ਜਗ ਕਰਨ ਲੱਗ ਪਏ। ਦੁਆਪਰ ਪੂਜਾ 4 ਜਦੋਂ ਦੁਆਪਰ ਯੁੱਗ ਆਇਆ ਉਸ ਵੇਲੇ ਲੋਕਾਂ ਨੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਆਰੰਭ ਕਰ ਦਿੱਤੀ ਤੇ ਨਾਲ ਹੀ ਆਚਾਰ ਤੋਂ ਭਾਵ ਹੈ ਸਦਾਚਾਰ ਸ੍ਰੇਸ਼ਟ ਆਚਾਰ ਨੂੰ ਵੀ ਉਹਨਾਂ ਨੇ ਧਾਰਨ ਕਰਨਾ ਸ਼ੁਰੂ ਕਰ ਦਿੱਤਾ। ਇਹ ਕਹਿਣ ਤੋਂ ਮੁਰਾਦ ਇਹ ਹੈ ਸੱਚ ਬੋਲਣਾ ਵੀ ਭਾਵੇਂ ਧਰਮ ਹੈ, ਜਗ ਕਰਨੇ ਵੀ ਇੱਕ ਧਰਮ ਦਾ ਹੀ ਅੰਗ ਮੰਨੇ ਗਏ। ਦੇਵੀ ਦੇਵਤਿਆਂ ਦੀ ਪੂਜਾ ਤੇ ਕਰਮ ਕਾਂਡ ਇਹਨੂੰ ਵੀ ਧਰਮ ਗਿਣਿਆ ਗਿਆ। ਪਰ ਗੱਲ ਨਾਮ ਦੀ ਲੋਕ ਭੁੱਲ ਹੀ ਗਏ। ਇਸੇ ਲਈ ਹਜ਼ੂਰ ਕਹਿੰਦੇ ਨੇ ਸਤਿਯੁਗ ਸਤ ਤੇਤਾ ਜਗੀ, ਦੁਆਪਰ ਪੂਜਾ 4 तीनों जोग तीनों दिड़े, कल केवल नाम आधार। ਤਿੰਨੇ ਯੁੱਗਾਂ ਦੇ ਵਿੱਚ ਲੋਕਾਂ ਨੇ ਜਿਹੜੇ 3 ਅਸੂਲ ਸਨ ਧਰਮ ਦੇ, ਸੱਚ, ਜਗ, ਪੂਜਾ ਤੇ ਆਚਾਰ ਨੂੰ ਹੀ ਧਾਰਨ ਕੀਤਾ। ਪਰ ਹਜ਼ੂਰ ਕਹਿੰਦੇ ਕਲ ਕੇਵਲ ਨਾਮ ਆਧਾਰ। ਇਸ ਕਲਯੁਗ ਦੇ ਅੰਦਰ ਤਾਂ ਕੇਵਲ ਨਾਮ ਦਾ ਹੀ ਆਸਰਾ ਹੈ। ਇਸ ਕਲਯੁਗ ਦੇ ਵਿੱਚ ਹੋਰ ਕੋਈ ਧਰਮ ਕਰਮ ਫਲੀਭੂਤ ਨਹੀਂ ਹੋ ਸਕਦਾ। ਇਸ ਦਾ ਕੀ ਕਾਰਨ? ਇਸ ਦਾ ਕਾਰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਲਿਖਿਆ ਹੈ, ਸੱਚ ਕਾਲ ਕੂੜ ਵਰਤਿਆ, ਕਲ ਕਾਲਕ ਬੇਤਾਲ, ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ, ਰੁੱਤੀ ਹੂੰ ਰੁੱਤ ਨਿਕਲੈ। ਜਦੋਂ ਕੋਈ ਬੀਜ ਬੀਜਣਾ ਹੋਵੇ ਉਹਦੇ ਵਿੱਚ ਮੌਸਮ ਦਾ ਦੇਖਣਾ ਬਹੁਤ ਜ਼ਰੂਰੀ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਉਸ ਵੇਲੇ ਲੋਕੀ ਹੋਰ ਧਰਮ ਕਰਮ ਇਸ ਲਈ ਕਰਦੇ ਸਨ, ਉਹਨਾਂ ਦੁਆਰਾ ਹੀ ਉਹਨਾਂ ਦੀ ਮੁਕਤੀ ਹੋ ਜਾਂਦੀ ਸੀ। ਪਰ ਕਲਯੁਗ ਦਾ ਸਮਾਂ ਬਹੁਤ ਭਿਆਨਕ ਹੈ, ਇਸ ਲਈ ਇਹਦੇ ਵਿੱਚ ਹੁਣ ਰੁੱਤ ਨਾਮ ਦੀ ਹੈ। ਰੇ ਮਨ ਵੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੂਆ ਭਲੋ ਸਮੋ ਸੁਆਓ। ਅਬ ਕਲੂ ਆਇਓ ਰੇ, ਇੱਕ ਨਾਮ ਬੋਵਹ ਬੋਵਹੁ, ਅਨਰੂਤ ਨਾਹੀ ਨਾਹੀ, ਮਤ ਪਾਰੋਂ
ਭੂਲਹੁ ਭੂਲਹੁ। ਹਜ਼ੂਰ ਕਹਿੰਦੇ ਨੇ ਹੁਣ ਤੇ ਨਾਮ ਬੀਜਣ ਦੀ ਵਤਰ ਹੈ। ਇੱਕ ਹੋਰ ਵੀ ਗੱਲ ਬੜੀ ਸ਼ਾਨਦਾਰ ਗੁਰੂ ਮਹਾਰਾਜ ਨੇ ਸਾਨੂੰ ਸਮਝਾਈ। ਆਨ ਰੋਤੀ ਆਨ ਬੋਈਐ ਫਲ ਨਾ ਫੂਲੈ ਤਾਹੀਂ। ਰੁੱਤ ਕੋਈ ਹੋਰ ਹੋਵੇ, ਬੀਜ ਕੋਈ ਹੋਰ ਬੀਜਦੇ ਰਹੀਏ, ਉਹ ਕਦੀ ਵੀ ਫਲੀ ਭੂਤ ਨਹੀਂ ਹੋ ਸਕਦਾ। ਇਸੇ ਲਈ ਜਿਹੜੇ ਪਹਿਲੇ ਧਰਮ ਕਰਮ ਸਾਧਨ ਸਨ, ਉਹ ਕਲਯੁਗ ਦੇ ਵਿੱਚ ਕਦੇ ਵੀ ਫਲੀ ਭੂਤ ਨਹੀਂ ਹੋ ਸਕਦੀ। ਇਸੇ ਲਈ ਸਤਿਗੁਰੂ ਮਹਾਰਾਜ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਆਖਿਆ, ਗੁਰਸਿੱਖਾ ਏਕੋ ਨਾਮ ਹੁਕਮ ਹੈ। ਹੁਣ ਤੇ ਇਹੀ ਗੁਰੂ ਦਾ ਹੁਕਮ ਹੈ, ਇੱਕ ਨਾਮ ਦੀ ਟੇਕ ਲਓ। ਨਾਨਕ ਕੈ ਘਰ ਕੇਵਲ ਨਾਮ। ਗੁਰੂ ਘਰ ਦੇ ਵਿੱਚ ਕੇਵਲ ਨਾਮ ਦੀ ਹੀ ਸਭ ਤੋਂ ਉੱਚੀ ਵਡਿਆਈ ਹੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨਾ ਸੁੰਦਰ ਸਾਨੂੰ ਸਮਝਾਇਆ ਹੈ। ਜਿਨੇ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ RAM ਰਾਜੇ। ਹੁਣ ਵਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਇਹ ਦੁਨੀਆ ਦੇ ਲੋਗੋ, ਹੁਣ ਤੇ ਨਾਮ ਬੀਜਣ ਦੀ ਵਤਰ ਹੈ। ਜੇ ਤੁਸੀਂ ਨਾਮ ਦਾ ਬੀਜ ਨਾ ਬੀਜਿਆ, ਅੱਗੇ ਜਾ ਕੇ ਜਦੋਂ ਭੁੱਖ ਲੱਗੇਗੀ, ਨਾਮ ਤੋਂ ਬਿਨਾਂ ਅੱਗੇ ਕੁਝ ਵੀ ਨਾਲ ਨਹੀਂ ਜਾਂਦਾ। ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਦੋਂ ਅੱਗੇ ਭੁੱਖ ਲੱਗੇਗੀ ਤਾਂ ਕੀ ਖਾਓਗੇ? ਉੱਥੇ ਖਾਣ ਦੇ ਲਈ ਨਾਮ ਤੋਂ ਸਿਵਾਏ ਸਾਨੂੰ ਕੁਝ ਵੀ ਨਹੀਂ ਪ੍ਰਾਪਤ ਹੋ ਸਕੇਗਾ। ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਜਿੱਥੇ ਕੋਈ ਸੰਗੀ ਸਾਥੀ ਸਾਡੇ ਨਾਲ ਨਹੀਂ ਹੋਵੇਗਾ, ਕੋਈ ਖਾਣ ਪਹਿਨਣ ਵਾਲੀ ਵਸਤੂ ਪਦਾਰਥ ਵੀ ਸਾਡੇ ਕੋਲ ਨਹੀਂ ਹੋਵੇਗਾ, ਹਜ਼ੂਰ ਕਹਿੰਦੇ ਨੇ ਉੱਥੇ ਨਾਮ ਨੇ ਹੀ ਜਾ ਕੇ ਸਹਾਇਤਾ ਕਰਨੀ ਹੈ। ਇਸੇ ਲਈ ਗੁਰਸਿੱਖਾ ਤੂੰ ਨਾਮ ਦੇ ਨਾਲ ਹੀ ਜੁੜਨਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਬਾਰ ਬਾਰ ਸਤਿਗੁਰੂ ਨੇ ਨਾਮ ਦੀ ਹੀ ਗੱਲ ਕੀਤੀ ਹੈ। ਕਿਸੇ ਕਵੀ ਨੇ ਵੀ ਬੜੇ ਸੁੰਦਰ ਢੰਗ ਦੇ ਨਾਲ ਨਾਮ ਦੀ ਮਹਿਮਾ ਲਿਖੀ ਹੈ। RAM ਨਾਮ ਅਵਲੰਬ ਬਿਨ, ਅਵਰ ਜਿਤੇ ਪ੍ਰਯਾਸ। ਬਰਸਤ ਬਾਰਦ ਬੂੰਦ ਗਹਿ ਚੜ੍ਹਨਾ ਚਾਹੇ ਆਕਾਸ਼। ਪਰਮੇਸ਼ਰ ਦੇ ਨਾਮ ਦੇ ਆਸਰੇ ਤੋਂ ਬਿਨਾਂ ਜਿਹੜੇ ਅਸੀਂ ਹੋਰ ਸਾਧਨ ਕਰ ਵੀ ਰਹੇ ਹਾਂ, ਉਹ ਸਾਰੇ ਦੇ ਸਾਰੇ ਅਧੂਰੇ ਨੇ, ਅਸਫਲ ਨੇ। ਉਹ ਤੇ ਇਸ ਤਰ੍ਹਾਂ ਹੀ ਨੇ ਜਿਵੇਂ ਬੱਦਲ ਦੀਆਂ ਕਣੀਆਂ ਹੁੰਦੀਆਂ। ਬੱਦਲ ਦੀਆਂ ਕਣੀਆਂ ਨੂੰ ਫੜ ਕੇ ਕੋਈ ਵੀ ਆਦਮੀ ਆਕਾਸ਼ ਦੇ ਵਿੱਚ, ਸਵਰਗ ਦੇ ਵਿੱਚ ਨਹੀਂ ਜਾ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਇੱਛਾ ਕਰਨੀ ਕਿ ਮੈਨੂੰ ਬੈਕੁੰਠ ਦੀ ਪ੍ਰਾਪਤੀ ਹੋ ਜਾਵੇ, ਮੈਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਵੇ, ਇਹ ਕਦੇ ਵੀ ਪੂਰੀ ਨਹੀਂ ਹੋ ਸਕਦੀ। ਨਾਮ ਦੁਆਰਾ ਹੀ ਉੱਥੇ ਪਹੁੰਚਿਆ ਜਾ ਸਕਦਾ ਹੈ। ਹਜ਼ੂਰ ਨੇ ਅੱਗੇ ਚੱਲ ਕੇ ਸਪਸ਼ਟ ਕੀਤਾ ਹੈ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਉਹ ਵਾਹਿਗੁਰੂ ਵੱਡਾ ਸਾਹਿਬ ਹੈ। ਉਹਦਾ ਨਾਮ ਬਹੁਤ ਉੱਚਾ ਹੈ। ਜਿਸ ਥਾਂ ਤੇ ਰਹਿੰਦਾ ਹੈ, ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਉਹ ਵੀ ਬਹੁਤ ਉੱਚਾ ਹੈ। ਜੇ ਕਿਸੇ ਨੇ ਉਸ ਵੱਡੇ ਸਾਹਿਬ ਦੇ ਉੱਚੇ ਦਰਬਾਰ ਸੱਚਖੰਡ ਦੇ ਵਿੱਚ ਜਾਣਾ ਹੋਵੇ, ਉੱਚੇ ਉੱਪਰ ਉੱਚਾ ਨਾਮ, ਫਿਰ ਉੱਚਾ ਨਾਮ ਹੀ ਉੱਚਾ ਸਾਧਨ ਹੈ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ, ਗੁਰਸਿੱਖਾ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਗੁਰਸਿੱਖਾ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਨਾਮ ਦੇ ਨਾਲ ਜੁੜਿਆ ਰਹੋ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਜਿਹੜਾ ਆਉਂਦੇ ਜਾਂਦੇ ਸਵਾਸਾਂ ਦੇ ਨਾਲ, ਭੋਜਨ ਛਕਣ ਲੱਗਿਆ ਹਰ ਗ੍ਰਾਹੀ ਦੇ ਨਾਲ ਵਾਹਿਗੁਰੂ 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 ਜਪਦਾ ਹੈ,
ਹਜ਼ੂਰ ਕਹਿੰਦੇ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਪਾਉਂਦੇ। ਮਹਾਂਪੁਰਖ ਬੜੀਆਂ ਸੁੰਦਰ ਉਦਾਹਰਣਾਂ ਦਿੰਦੇ ਸਨ ਨਾਮ ਦੀ ਮਹਿਮਾ ਦੇ ਸੰਬੰਧ ਵਿੱਚ। ਪੂਰਨਮਾਸ਼ੀ ਦੀ ਰਾਤ ਨੂੰ ਚਾਹੇ ਕਿੰਨੇ ਵੀ ਤਾਰੇ ਚਮਕਦੇ ਹੋਣ, ਪਰ ਚੰਦਰਮਾ ਦੀ ਵੱਖਰੀ ਹੀ ਸ਼ੋਭਾ ਹੁੰਦੀ ਹੈ। ਵਾਹਿਗੁਰੂ ਦਾ ਨਾਮ ਪੂਰਨਮਾਸ਼ੀ ਦਾ ਚੰਦਰਮਾ ਹੈ। ਬਾਕੀ ਜਿਹੜੇ ਸਾਧਨ ਨੇ ਉਹ ਟਿਮਟਿਮਾਉਂਦੇ ਤਾਰਿਆਂ ਵਾਂਗ ਨੇ, ਪਰ ਚੰਦਰਮਾ ਦਾ ਕੋਈ ਮੁਕਾਬਲਾ ਨਹੀਂ, ਨਾਮ ਦਾ ਕੋਈ ਮੁਕਾਬਲਾ ਨਹੀਂ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਲਾੜਾ ਹੈ। ਜਿਵੇਂ ਬਰਾਤ ਵਿੱਚ ਲਾੜੇ ਦੀ ਖਾਸ ਅਹਿਮੀਅਤ ਹੁੰਦੀ ਹੈ। ਬਰਾਤ ਵਿੱਚ ਭਾਵੇਂ ਹੋਰ ਵੀ ਬੜੇ ਬੜੇ ਸਿਆਣੇ ਸੱਜਣ ਰਿਸ਼ਤੇਦਾਰ ਵੀ ਹੁੰਦੇ ਨੇ, ਪਰ ਲਾੜੇ ਤੋਂ ਬਿਨਾਂ ਕਈ ਵਾਰੀ ਬਰਾਤ ਨੂੰ ਬਰੰਗ ਵੀ ਪਰਤਣਾ ਪੈਂਦਾ ਹੈ। ਇਸ ਲਈ ਬਰਾਤ ਵਿੱਚ ਜਿਵੇਂ ਲਾੜੇ ਦੀ ਖਾਸ ਅਹਿਮੀਅਤ ਹੁੰਦੀ ਹੈ, ਇਸੇ ਤਰ੍ਹਾਂ ਜਦੋਂ ਕਿਸੇ ਮਨੁੱਖ ਨੇ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਜਾਣਾ ਹੋਵੇ, ਉੱਥੇ ਨਾਮ ਹੀ ਲਾੜਾ ਹੁੰਦਾ ਹੈ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਭ ਤੀਰਥ ਵਰਤ ਜਗ ਪੁੰਨ ਤੁਲਾਹਾ, ਹਰ ਹਰ ਨਾਮ ਨਾ ਪੁਜਹਿ ਪੁਜਾਹਾ। ਨਾਮ ਦੇ ਬਰਾਬਰ ਕੋਈ ਸਾਧਨ ਨਹੀਂ ਉੱਥੇ ਪਹੁੰਚ ਸਕਦਾ। ਇਸੇ ਲਈ ਮਹਾਂਪੁਰਖ ਹੋਰ ਉਦਾਹਰਣਾਂ ਦਿੰਦੇ ਸਨ। ਫੌਜ ਦੇ ਵਿੱਚ ਭਾਵੇਂ ਕਿਤਨੇ ਵੀ ਸਿਪਾਹੀ ਹੋਣ, ਪਰ ਜਰਨੈਲ ਦਾ ਆਪਣਾ ਵੱਖਰਾ ਅਸਥਾਨ ਹੁੰਦਾ ਹੈ। ਜੇ ਫੌਜਾਂ ਦੇ ਵਿੱਚ ਜਰਨੈਲ ਨਾ ਹੋਵੇ, ਫੌਜ ਲੜ ਨਹੀਂ ਸਕਦੀ। ਜੇ ਲੜ ਵੀ ਪਵੇ ਤਾਂ ਫਤਿਹ ਨਹੀਂ ਹਾਸਲ ਕਰ ਸਕਦੀ। ਇਸੇ ਲਈ ਨਾਮ ਤੋਂ ਬਿਨਾਂ ਇਸ ਕਲਯੁਗ ਦੇ ਵਿੱਚ ਵਿਕਾਰਾਂ ਤੋਂ ਬਚਣਾ ਬਹੁਤ ਔਖੀ ਗੱਲ ਹੈ। ਇਸੇ ਲਈ ਸਤਿਗੁਰੂ ਨੇ ਬਾਰ-ਬਾਰ ਗੁਰਸਿੱਖ ਨੂੰ ਆਖਿਆ, ਗੁਰਸਿੱਖਾ ਨਾਮ ਦੇ ਨਾਲ ਜੁੜ, ਨਾਮ ਤੋਂ ਬਿਨਾਂ ਗੱਲ ਨਹੀਂ ਬਣੇਗੀ। ਅਸੀਂ ਲੰਗਰ ਤਿਆਰ ਕਰਦੇ ਹਾਂ, ਭਾਵੇਂ ਦਾਲ ਸਬਜ਼ੀ ਬਣਾਉਣ ਦੇ ਸਮੇਂ ਕਿੰਨਾ ਵੀ ਦੇਸੀ ਘਿਓ ਪਾ ਲਈਏ, ਹੋਰ ਮਸਾਲੇ ਪਾ ਲਈਏ, ਪਰ ਜੇ ਲੂਣ ਪਾਉਣਾ ਭੁੱਲ ਜਾਈਏ ਤੇ ਸਾਰੀ ਹੀ ਰਸੋਈ ਦਾ ਸਵਾਦ ਵਿਗੜ ਜਾਂਦਾ ਹੈ। ਇਸੇ ਲਈ ਸਿੰਘਾਂ ਨੇ ਲੂਣ ਦਾ ਨਾਮ ਸਰਬਰਸ ਰੱਖਿਆ ਹੋਇਆ। ਸਰਬਰਸ ਸਾਰਿਆਂ ਰਸਾਂ ਵਿੱਚੋਂ ਉੱਤਮ ਰਸ, ਤੇ ਸਾਰੇ ਰਸਾਂ ਵਿੱਚ ਰਸ ਭਰਨ ਵਾਲਾ ਇਹ ਲੂਣ ਹੁੰਦਾ ਹੈ। ਇਸੇ ਤਰ੍ਹਾਂ ਬਾਕੀ ਸਾਧਨ ਤੇ ਹੋਰ ਪਾਈ ਮਿਰਚ ਮਸਾਲਿਆਂ ਵਾਂਗ ਹੋ ਸਕਦੇ ਨੇ, ਪਰ ਵਾਹਿਗੁਰੂ ਦਾ ਨਾਮ ਸਰਬਰਸ ਹੈ ਜੋ ਸਾਰਿਆਂ ਵਿੱਚ ਰਸ ਭਰਦਾ ਹੈ। ਸਿਫਰਾਂ ਚਾਹੇ ਕਿੰਨੀਆਂ ਵੀ ਕੋਈ ਲਿਖੀ ਜਾਵੇ, ਪਰ ਉਹਨਾਂ ਦੀ ਕੋਈ ਵੈਲਿਊ ਨਹੀਂ ਜਦੋਂ ਉਹਨਾਂ ਤੋਂ ਪਹਿਲਾਂ ਇੱਕ ਲਿਖਿਆ ਜਾਵੇ, ਕੋਈ ਹਿੰਸਾ ਲਿਖਿਆ ਜਾਵੇ, ਫਿਰ ਸਿਫਰ ਦੇ ਨਾਲ 10 ਗੁਣਾ ਕੀਮਤ ਵੱਧਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਹਿੰਸਾ ਹੈ। ਬਾਕੀ ਜਿਹੜੇ ਸਾਧਨ ਨੇ ਉਹ ਤੇ ਪਾਈ ਸਿਫਰਾਂ ਨੇ। ਸਿਫਰ ਦਾ ਮਤਲਬ ਕੀ ਹੁੰਦਾ ਹੈ? ਕੁਝ ਵੀ ਨਹੀਂ। ਇਸੇ ਲਈ ਨਾਮ ਦੀ ਮਹਿਮਾ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਥਾਂ ਥਾਂ ਕੀਤੀ ਹੈ। ਪਿਛਲੀਆਂ 4 ਪੌੜੀਆਂ ਦੇ ਵਿੱਚ ਸਤਿਗੁਰੂ ਨੇ ਸਰਵਣ ਦੀ ਮਹਿਮਾ ਲਿਖੀ। ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਦੇ ਮੁਖ ਤੋਂ ਨਾਮ ਨੂੰ ਸੁਣਦਾ ਹੈ, ਉਹਨੂੰ ਕੀ ਮਿਲਦਾ ਹੈ, ਉਹਦੇ ਬਾਰੇ ਸਤਿਗੁਰੂ ਨੇ ਚਾਨਣਾ ਪਾਇਆ ਸੀ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਅੱਗੇ 3 ਪੌੜੀਆਂ ਹੋਰ ਨੇ ਜਿਨ੍ਹਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸਾਂ ਗੁਰੂ ਦੇ ਮੁਖ ਤੋਂ ਨਾਮ ਸੁਣਨ ਦਾ, ਉਪਦੇਸ਼ ਸੁਣਨ ਦਾ ਫਲ ਤੇ ਦੱਸ ਦਿੱਤਾ ਹੈ, ਤੇ ਸੱਚੇ ਪਾਤਸ਼ਾਹ ਜਿਹੜਾ ਉਸ ਗੁਰੂ ਦੇ ਉਪਦੇਸ਼ ਨੂੰ
ਮੰਨ ਲਵੇ ਉਹਦੀ ਕਿੰਨੀ ਕੁ ਵਡਿਆਈ ਹੈ, ਉਹਦੀ ਕਿੰਨੀ ਕੁ ਸ਼ੋਭਾ ਹੁੰਦੀ ਹੈ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਗੇ 4 ਪੌੜੀਆਂ ਦੇ ਵਿੱਚ ਮੰਨਣ ਦੀ ਮਹਿਮਾ ਲਿਖੀ ਹੈ। ਕਿਉਂਕਿ ਸਰਵਣ, ਮੰਨਣ, ਨਿਧਿਆਸਨ ਇਹ 3 ਸਾਧਨ ਨੇ ਜਿਨ੍ਹਾਂ ਦੁਆਰਾ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਪਹੁੰਚਦੇ ਹਾਂ। ਪਹਿਲਾਂ ਸੁਣਨਾ, ਫਿਰ ਉਸ ਨੂੰ ਮੰਨਣਾ, ਫਿਰ ਅੱਗੇ ਨਿਧਿਆਸਨ ਦਾ ਅਰਥ ਹੁੰਦਾ ਹੈ ਉਹਨੂੰ ਮਨ ਵਿੱਚ ਵਸਾਉਣਾ, ਬਾਰ-ਬਾਰ ਉਸ ਨੂੰ ਆਪਣੇ ਅੰਦਰ ਦ੍ਰਿੜ ਕਰਨਾ, ਇਹ ਨਿਧਿਆਸਨ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਦੂਜੀ ਸਟੇਜ ਹੈ, ਕਿਉਂਕਿ ਪਹਿਲਾਂ ਤੇ ਹੈ ਨਾ ਸਰਵਣ, ਸੁਣਨਾ, ਜਿਵੇਂ ਆਪ ਸੰਗਤਾਂ ਬੈਠ ਕੇ ਸੁਣਦੇ ਹੋ, ਇਹ ਪਹਿਲੀ ਸਟੇਜ ਹੈ। ਦੂਸਰੀ ਸਟੇਜ ਹੈ ਮੰਨਣ ਦੀ। ਜਿੰਨਾ ਚਿਰ ਅਸੀਂ ਮੰਨਦੇ ਨਹੀਂ ਉਹਨਾਂ ਚਿਰ ਤੱਕ ਸੁਣਿਆ ਵੀ ਕਿਸੇ ਲੇਖੇ ਵਿੱਚ ਨਹੀਂ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬੜੇ ਪਿਆਰੇ ਬਚਨ ਹਨ, ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਈ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿੰਨੇ ਵੀ ਸਿੱਖ ਸੇਵਕ ਨੇ, ਸਿੱਖ ਤੋਂ ਮੁਰਾਦ ਹੈ ਸਿੱਖਿਆ ਲੈਣ ਵਾਲੇ, ਸੇਵਕ ਤੋਂ ਮੁਰਾਦ ਹੈ ਸੇਵਾ ਕਰਨ ਵਾਲੇ। ਅਸੀਂ ਸਾਰੇ ਹੀ ਸਿੱਖ ਸੇਵਕ ਹਾਂ ਗੁਰੂ ਦੇ। ਕੋਈ ਸਿੱਖਿਆ ਲੈਣ ਵਾਸਤੇ ਆਉਂਦਾ ਹੈ, ਕੋਈ ਸੇਵਾ ਕਰਨ ਲਈ ਆਉਂਦਾ ਹੈ। ਪਰ ਹਜ਼ੂਰ ਕਹਿੰਦੇ ਕੰਨ ਖੋਲ ਕੇ ਸੁਣ ਲਓ, ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਜਿੰਨੇ ਵੀ ਗੁਰੂ ਘਰ ਦੇ ਸਿੱਖ ਸੇਵਕ ਮਾਈ ਪਾਈ ਹਨ, ਉਹ ਗੁਰੂ ਨੂੰ ਮੰਨਣ ਪੂਜਣ ਵਾਸਤੇ ਹੀ ਗੁਰੂ ਦੇ ਪਾਸ ਆਉਂਦੇ ਨੇ। ਅਸੀਂ ਸਾਰੇ ਆ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ, ਭੇਟਾ ਵੀ ਅਰਪਣ ਕਰਦੇ ਹਾਂ। ਇਉਂ ਅਸੀਂ ਗੁਰੂ ਨੂੰ ਮੰਨਣ ਪੂਜਣ ਵਾਸਤੇ ਸਾਰੇ ਗੁਰੂ ਘਰ ਦੇ ਵਿੱਚ ਆਉਂਦੇ ਹਾਂ। ਪਰ ਹਜ਼ੂਰ ਕਹਿੰਦੇ ਇਸ ਗੱਲ ਵੱਲ ਖਿਆਲ ਕਰਿਓ, ਗਾਵਿਆ ਸੁਣਿਆ ਤਿਨ ਕਾ ਹਰ ਥਾਈ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੁਰਮੁਖੋ ਗਾਵਿਆ ਤੇ ਸੁਣਿਆ ਥਾਂ ਉਹਨਾਂ ਦਾ ਪੈਣਾ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਮਨ ਕਰਕੇ, ਬਾਣੀ ਕਰਕੇ, ਸਤ ਸਤ ਕਰਕੇ ਮੰਨ ਲਿਆ ਹੈ। ਹੁਣ ਇਸ ਸਤਿਗੁਰੂ ਦੇ ਵਾਕ ਤੋਂ ਇਹ ਗੱਲ ਸਿੱਧ ਹੋ ਗਈ, ਅਸੀਂ ਸੁਣਦੇ ਜ਼ਰੂਰ ਹਾਂ, ਪੜ੍ਹਦੇ ਵੀ ਜ਼ਰੂਰ ਹਾਂ, ਪਰ ਹਜ਼ੂਰ ਕਹਿੰਦੇ ਗਾਵਿਆ ਸੁਣਿਆ, ਗਾਵਿਆ ਤੇ ਸੁਣਿਆ ਥਾਂ ਉਹਨਾਂ ਦਾ ਪੈਣਾ ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਨੂੰ ਵੀ ਮਨ ਕਰਕੇ, ਬਾਣੀ ਕਰਕੇ, ਸਤ ਸਤ ਕਰਕੇ ਮੰਨ ਲਿਆ ਹੈ। ਜਿਨ੍ਹਾਂ ਤੇ ਗੁਰੂ ਦੀ ਮਿਹਰ ਹੁੰਦੀ ਹੈ, ਮੰਨਦੇ ਉਹੀ ਨੇ। ਪਹਿਲੀ ਤਾਂ ਗੱਲ ਸੁਣਨ ਵਾਸਤੇ ਹੀ ਵਿਰਲੇ ਆਉਂਦੇ ਨੇ, ਤੇ ਸੁਣ ਕੇ ਮੰਨਣ ਵਾਲੇ ਹੋਰ ਵੀ ਬਹੁਤ ਘੱਟ ਮਿਲਣਗੇ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਸੁੰਦਰ ਸਿੱਖਿਆ ਸਾਨੂੰ ਦਿੱਤੀ ਹੈ। ਸਾਹਿਬ ਹੋਏ ਦਇਆਲ ਕਿਰਪਾ ਕਰੇ, ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ, ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ, ਮਨੋਂ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਹ ਪੈਦਾ ਜਾਏ ਸੀ। ਹੁਕਮ ਮੰਨ ਕੇ ਹੀ ਪ੍ਰਵਾਨ ਹੋਇਆ ਜਾਂਦਾ ਹੈ। ਇਸ ਲਈ ਗੁਰੂ ਦਾ ਹੁਕਮ ਹੈ ਏਕੋ ਨਾਮ, ਇੱਕ ਨਾਮ ਦੇ ਨਾਲ ਜੁੜਨਾ। ਸਭ ਤੋਂ ਪਹਿਲੀ ਗੱਲ ਆ ਜਾਂਦੀ ਹੈ ਨਾਮ ਪ੍ਰਾਪਤ ਕਰਨ ਦੀ ਵਿਧੀ। ਅਸੀਂ ਨਾਮ ਜਪਣ ਦੀ ਗੱਲ ਤੇ ਕਰਦੇ ਰਹਿੰਦੇ ਹਾਂ, ਪਰ ਅਸੀਂ ਇਸ ਗੱਲ ਦੀ ਵਿਚਾਰ ਬਹੁਤ ਘੱਟ ਕਰਦੇ ਹਾਂ ਬਈ ਨਾਮ ਪ੍ਰਾਪਤ ਕਿਵੇਂ ਹੁੰਦਾ ਹੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਮਰਜ਼ਾਦਾ ਚਲਾਈ, ਚਰਨ ਤੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਚਰਨਾਮ੍ਰਿਤ ਦੁਆਰਾ ਗੁਰਸਿੱਖਾਂ ਨੂੰ ਗੁਰਮਤਿ ਨਾਮ ਦ੍ਰਿੜ ਕਰਵਾਉਂਦੇ ਸਨ। ਕਲਗੀਧਰ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਹਰ ਗੁਰਸਿੱਖ ਮਾਈ ਭਾਈ ਨੂੰ ਹੁਕਮ ਕੀਤਾ, ਪੀਵਹੁ ਪਾਹੋ ਲਖੰਡ ਧਾਰ ਹੋਏ ਜਨਮ ਸੁਹੇਲਾ। ਗੁਰਮੁਖੋ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਖੰਡੇ ਬਾਟੇ ਦੇ ਅੰਮ੍ਰਿਤ ਦੁਆਰਾ ਤੁਹਾਨੂੰ ਨਾਮ ਦੀ ਦਾਤ ਪ੍ਰਾਪਤ ਹੋਵੇਗੀ, ਗੁਰੂ ਵੱਲੋਂ ਨਾਮ ਮਿਲੇਗਾ। ਇਹ ਗੁਰਸਿੱਖੀ ਦੀ, ਸਿੱਖ ਧਰਮ ਦੀ ਮਰਜ਼ਾਦਾ ਹੈ ਨਾਮ ਪ੍ਰਾਪਤ ਕਰਨ ਦੀ। ਹੁਣ ਕਈ ਪ੍ਰੇਮੀ ਪੁੱਛ ਲੈਂਦੇ ਨੇ ਵੀ ਜੇ ਅਸੀਂ ਗੁਰੂ ਵਾਲੇ ਹੋ ਕੇ ਨਾਮ ਜਪਾਂਗੇ ਫਿਰ ਤੇ ਠੀਕ ਹੈ, ਸਤਿਗੁਰੂ ਉਸ ਨੂੰ ਪ੍ਰਵਾਨ ਕਰਦੇ ਹੀ ਕਰਦੇ ਹਨ, ਪਰ ਜੇ ਅਸੀਂ ਗੁਰੂ ਵਾਲੇ ਹੋ ਕੇ ਨਾਮ ਨਹੀਂ ਜਪਾਂਗੇ, ਭਾਵ ਬਿਨਾਂ ਅੰਮ੍ਰਿਤ ਛਕਿਆਂ ਹੀ ਅਸੀਂ ਨਾਮ ਜਪਾਂਗੇ, ਕਿ ਉਹਦਾ ਵੀ ਸਾਨੂੰ ਫਲ ਪ੍ਰਾਪਤ ਹੋਵੇਗਾ। ਜਿੱਥੋਂ ਤੱਕ ਇਹ ਸਵਾਲ ਹੈ, ਇਹਦੇ ਬਾਰੇ ਮਹਾਂਪੁਰਖ ਵਿਚਾਰ ਦੱਸਦੇ ਸਨ। ਸਮਝਣ ਦੇ ਲਈ, ਇੱਕ ਉਹ ਵਿਦਿਆਰਥੀ ਹੈ ਜਿਹੜਾ ਕਿਸੇ ਚੰਗੇ ਸਕੂਲ ਦੇ ਵਿੱਚ ਜਾ ਕੇ ਦਾਖਲਾ ਲੈਂਦਾ ਹੈ ਤੇ ਫਿਰ ਆਪਣੀ ਪੜ੍ਹਾਈ ਸ਼ੁਰੂ ਕਰਦੇ। ਉਸ ਸਕੂਲ ਦੇ ਜਿਹੜੇ ਅਧਿਆਪਕ ਹੁੰਦੇ ਨੇ, ਟੀਚਰ ਤੇ ਪ੍ਰੋਫੈਸਰ, ਪ੍ਰਿੰਸੀਪਲ ਆਦਿਕ, ਉਹਨਾਂ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਜਿਹੜਾ ਉਹਨਾਂ ਦੇ ਸਕੂਲ ਵਿੱਚ ਵਿਦਿਆਰਥੀ ਚਲਿਆ ਗਿਆ ਔਰ ਉਹ ਉਸ ਦੀ ਪੜ੍ਹਾਈ ਦਾ ਪੂਰਾ ਖਿਆਲ ਰੱਖਦੇ ਨੇ। ਦੂਸਰੇ ਸਵਾਲ ਦਾ ਜਵਾਬ ਇਹ ਹੈ, ਇੱਕ ਉਹ ਵਿਦਿਆਰਥੀ ਹੈ ਜਿਹੜਾ ਦਾਖਲਾ ਨਹੀਂ ਕਿਸੇ ਸਕੂਲ ਵਿੱਚ ਲੈਂਦਾ, ਆਪਣੀ ਮਰਜ਼ੀ ਨਾਲ ਹੀ ਕਿਤਾਬਾਂ ਲਿਆ ਕੇ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਠੀਕ ਹੈ, ਪੜ੍ਹਨਾ ਲਿਖਣਾ ਤੇ ਸਿੱਖ ਸਕਦਾ ਹੈ ਆਪਣੀ ਮਿਹਨਤ ਕਰਕੇ, ਪਰ ਜਿਹੜਾ ਕਿਸੇ ਟੀਚਰ ਕੋਲੋਂ ਆਪਾਂ ਤਾਲੀਮ ਹਾਸਲ ਕਰਦੇ ਹਾਂ ਤੇ ਇੱਕ ਆਪੇ ਪੜ੍ਹਦੇ ਹਾਂ, ਉਹਦੇ ਵਿੱਚ ਬਹੁਤ ਅੰਤਰ ਹੁੰਦਾ ਹੈ। ਜੇ ਦਾਖਲਾ ਲੈ ਕੇ ਪੜ੍ਹਾਈ ਕੀਤੀ ਜਾਵੇ ਫਿਰ ਅੱਗੇ ਇਮਤਿਹਾਨ ਵੀ ਹੁੰਦੇ ਨੇ, ਪਾਸ ਹੋ ਕੇ ਡਿਗਰੀਆਂ ਵੀ ਮਿਲਦੀਆਂ, ਪਰ ਜੇ ਕੋਈ ਆਪੇ ਪੜ੍ਹੇ, ਨਾ ਉਹਦਾ ਇਮਤਿਹਾਨ ਤੇ ਨਾ ਹੀ ਪਾਸ ਹੋਵੇ ਤੇ ਨਾ ਹੀ ਕੋਈ ਡਿਗਰੀ ਲੈ ਸਕੇ। ਇਹ ਫਰਕ ਹੁੰਦਾ ਹੈ। ਇਸ ਲਈ ਗੁਰੂ ਵਾਲੇ ਹੋ ਕੇ ਨਾਮ ਜਪਣਾ ਇਹ ਦਾਖਲਾ ਲੈ ਕੇ ਪੜ੍ਹਾਈ ਕਰਨ ਵਾਲੀ ਗੱਲ ਹੈ। ਬਿਨਾਂ ਗੁਰੂ ਤੋਂ ਨਾਮ ਜਪਣਾ ਆਪੇ ਪੜ੍ਹਾਈ ਕਰਨ ਵਾਲੀ ਗੱਲ ਹੈ। ਇਸ ਅੰਤਰ ਨੂੰ ਹੁਣ ਆਪਾਂ ਸਮਝ ਹੀ ਲਿਆ ਹੈ ਤੇ ਹੁਣ ਆਪਾਂ ਵੇਖਣਾ ਹੈ ਵੀ ਹੁਣ ਅਸੀਂ ਕੀ ਸਿੱਖੀ ਸਕੂਲ ਦੇ ਵਿੱਚ ਦਾਖਲਾ ਲੈ ਲਿਆ। ਜੇ ਸਿੱਖੀ ਸਕੂਲ ਵਿੱਚ ਦਾਖਲਾ ਲੈ ਲਿਆ, ਗੁਰੂ ਦਾ ਹੁਕਮ ਮੰਨ ਕੇ ਅਸੀਂ ਨਾਮ ਦੀ ਕਮਾਈ ਕਰਨ ਲੱਗ ਪਏ ਹਾਂ, ਫਿਰ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਤੇ ਜੇ ਅਸੀਂ ਹਾਲੇ ਗੁਰੂ ਦਾ ਪਹਿਲਾ ਹੀ ਹੁਕਮ ਨਹੀਂ ਮੰਨਿਆ, ਪੀਵੋ ਪਾਹੋ ਲਖੰਡ ਧਾਰ, ਫਿਰ ਸਮਝ ਲਓ ਹਾਲੇ ਅਸੀਂ ਅਵੇਸਲੇ ਹਾਂ, ਅਸੀਂ ਹਾਲੇ ਭਟਕੇ ਹੋਏ ਹਾਂ। ਇਸ ਗੱਲ ਦੀ ਵਿਚਾਰ ਕਰ ਲੈਣੀ ਚਾਹੀਦੀ ਹੈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ, ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ ਤੇ ਗੁਰੂ ਦੇ ਕੋਲੋਂ ਨਾਮ ਲੈ ਕੇ ਉਸ ਦੀ ਕਮਾਈ ਕਰਦਾ ਹੈ, ਉਹਨੂੰ ਕਿਹੋ ਜਿਹੀ ਅਵਸਥਾ ਪ੍ਰਾਪਤ ਹੁੰਦੀ ਹੈ? ਇਹਦੇ ਬਾਰੇ ਸਾਨੂੰ ਦੱਸੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਦਾ ਕੀ ਜਵਾਬ ਦਿੰਦੇ ਨੇ? ਲੋ ਅੱਗੇ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਬੜੇ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਮੰਨੇ ਕੀ ਗਤ ਕਹੀ ਨਾ ਜਾਏ। ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਮੰਨੇ ਕੀ ਗਤ ਕਹੀ ਨਾ ਜਾਏ। ਮੰਨੇ ਦਾ ਅਰਥ ਹੈ ਜਿਹੜਾ ਗੁਰੂ ਦਾ ਹੁਕਮ ਮੰਨ ਲਵੇ, ਜਿਹੜਾ ਗੁਰੂ ਦੇ ਬਚਨਾਂ ਨੂੰ ਕਮਾ ਲਵੇ।
ਮੰਨੇ ਦਾ ਅਰਥ ਹੈ ਗੁਰੂ ਦਾ ਹੁਕਮ ਮੰਨਣ ਵਾਲੇ ਦੀ ਗਤ ਦਾ ਅਰਥ ਹੈ ਅਵਸਥਾ। ਕਹੀ ਨਾ ਜਾਏ, ਉਹ ਤੇ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਦਾ ਹੁਕਮ ਮੰਨ ਲੈਂਦਾ ਹੈ, ਉਹਦੀ ਮਹਿਮਾ, ਉਹਦੀ ਅਵਸਥਾ ਬਿਆਨ ਕਰਨੀ ਬਹੁਤ ਔਖੀ ਹੈ। ਇਸੇ ਲਈ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਸੀ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਦੇ ਆ। ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਤਨ ਮਨ ਧਨ ਗੁਰੂ ਨੂੰ ਸੌਂਪ ਕੇ ਗੁਰੂ ਦੇ ਹੁਕਮ ਦੀ ਪਾਲਣਾ ਕਰਦੇ ਨੇ। ਉਹਨਾਂ ਦੀ ਮਹਿਮਾ ਕਥਨ ਤੋਂ ਬਾਹਰ ਹੈ। ਇਹ ਬਚਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ। ਜਦੋਂ ਆਪਾਂ ਇਤਿਹਾਸਕ ਪੱਖ ਦੀ ਵਿਚਾਰ ਕਰਦੇ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਤਾਂ ਭਾਵੇਂ ਅਨੇਕਾਂ ਸਨ, ਪਰ ਉਹਨਾਂ ਵਿੱਚੋਂ ਭਾਈ ਲਹਿਣਾ ਇੱਕ ਮੇਰੂ ਮਣਕਾ ਸੀ, ਇੱਕ ਸ਼੍ਰੋਮਣੀ ਸੇਵਕ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਵੀ ਹੁਕਮ ਕੀਤਾ, ਉਹ ਭਾਈ ਲਹਿਣੇ ਨੇ ਮੰਨਿਆ, ਹੋਰ ਕੋਈ ਨਹੀਂ ਮੰਨ ਸਕਿਆ। ਇਤਿਹਾਸ ਵਿੱਚ ਇੱਕ ਸਾਖੀ ਦਾ ਜ਼ਿਕਰ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਤੇ 18 ਸਾਲ ਰਹੇ। ਉੱਥੇ ਖੇਤੀ ਵੀ ਕੀਤੀ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਗੁਰਸਿੱਖਾਂ ਨੂੰ ਅਮਲੀ ਰੂਪ ਵਿੱਚ ਦ੍ਰਿੜ ਕਰਵਾਇਆ। ਉਹਨਾਂ ਦਿਨਾਂ ਦੀ ਗੱਲ ਹੈ, ਬਹੁਤ ਸਾਰੇ ਗੁਰਸਿੱਖ ਮਾਈ ਪਾਈ ਸਤਿਗੁਰੂ ਦੇ ਕੋਲ ਆ ਕੇ ਰਹਿਣ ਲੱਗੇ। ਇੱਕ ਦਿਨ ਸਤਿਗੁਰੂ ਦੇ ਮਨ ਵਿੱਚ ਵਿਚਾਰ ਆਈ, ਹੁਣ ਸਾਡਾ ਅੰਤਮ ਸਮਾਂ ਵੀ ਨੇੜੇ ਆ ਰਿਹਾ ਹੈ, ਅਸੀਂ ਆਪਣਾ ਜਾਨਸ਼ੀਨ ਕਿਸ ਨੂੰ ਥਾਪੀਏ, ਕਿਸੇ ਦੇ ਮਨ ਦੇ ਵਿੱਚ ਕੋਈ ਭੁਲੇਖਾ ਵੀ ਨਾ ਰਹਿ ਜਾਵੇ ਬਈ ਇਹ ਤੇ ਮੇਰਾ ਹੱਕ ਸੀ, ਇਹ ਤੇ ਮੇਰਾ ਅਧਿਕਾਰ ਸੀ। ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਗੁਰੂ ਮਹਾਰਾਜ ਨੇ ਸਭ ਦੀ ਪਰਖ ਕੀਤੀ। ਸਿੱਖਾਂ ਪੁੱਤਰਾਂ ਕੋਖ ਕੈ, ਸਿੱਖਾਂ ਦੀ ਵੀ ਪੁੱਤਰਾਂ ਦੀ ਵੀ ਸਾਰਿਆਂ ਦੀ ਪਰਖ ਕੀਤੀ। ਸਿੱਖਾਂ ਪੁੱਤਰਾਂ ਕੋਖ ਕੈ, ਸਭ ਉਮਤ ਵੇਖੈ ਜੇ ਕਿਉਨ, ਜਾਂ ਸੁਦੋਸ ਤਾਂ ਲਹਿਣਾ ਟਿਕਿਉਣ। ਜਦੋਂ ਐਨ ਚੰਗੀ ਤਰ੍ਹਾਂ ਸਾਰੀ ਗੱਲ ਦੀ ਪੜਤਾਲ ਕਰ ਲਈ, ਪੜਚੋਲ ਕਰ ਲਈ, ਤੇ ਫਿਰ ਭਾਈ ਲਹਿਣੇ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਦੇ ਤਖਤ ਤੇ ਬਿਰਾਜਮਾਨ ਕਰ ਦਿੱਤਾ। ਉਹ ਸਾਖੀ ਇਸ ਤਰ੍ਹਾਂ ਲਿਖੀ ਮਿਲਦੀ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਿੱਖਾਂ ਦੀ ਪਰਖ ਦੇ ਲਈ ਇੱਕ ਦਿਨ ਧਰਮਸਾਲ ਤੋਂ ਬਾਹਰ ਚਲੇ ਗਏ ਤੇ ਬਾਹਰ ਜਾ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਅੱਗੇ ਬਸਤਰ ਪਹਿਨਦੇ ਸਨ ਉਹ ਉਤਾਰ ਦਿੱਤੇ, ਧਾਨਕ ਦਾ ਰੂਪ ਧਾਰਨ ਕੀਤਾ, ਨਾਲ ਕੁੱਤੇ ਕੁੱਤੀਆਂ ਲੈ ਲਏ, ਲੱਖ ਦੇ ਆਲੇ ਦੁਆਲੇ ਬਾਣ ਲਪੇਟ ਲਿਆ, ਲੱਸੀ ਦੇ ਛੱਟੇ ਮਾਰ ਲਏ, ਇੱਕ ਕਮਰ ਕੱਸੇ ਨਾਲ ਛੁਰਾ ਵੀ ਬੰਨ੍ਹ ਲਿਆ। ਇਸ ਤਰ੍ਹਾਂ ਦਾ ਰੂਪ ਧਾਰਨ ਕਰਕੇ ਹੱਥ ਵਿੱਚ ਇੱਕ ਮੋਟਾ ਜਿਹਾ ਸਲੋਤਰ ਸੋਟਾ ਫੜ ਲਿਆ, ਬਾਹਰ ਜੰਗਲ ਵਿੱਚ ਜਾ ਕੇ ਬੈਠ ਗਏ। ਹੁਣ ਜਿਹੜੇ ਸਿੱਖ ਰੋਜ਼ ਦੇ ਨੇਮੀ ਪ੍ਰੇਮੀ ਸਨ, ਉਹ ਹੁਣ ਧਰਮਸਾਲ ਦੇ ਵਿੱਚ ਆਏ, ਗੁਰੂ ਘਰ ਦੇ ਵਿੱਚ ਆਏ। ਉੱਥੇ ਹੋਰ ਗੁਰਸਿੱਖ ਦਾ ਕੀਰਤਨ ਕਰਦੇ ਨੇ, ਦੀਵਾਨ ਸਜਿਆ ਹੋਇਆ ਹੈ, ਪਰ ਸਤਿਗੁਰੂ ਦੇ ਦਰਸ਼ਨ ਨਹੀਂ ਹੋਏ। ਗੁਰਸਿੱਖ ਸੰਗਤਾਂ ਬੇਚੈਨ ਨੇ, ਇੱਕ ਦੂਸਰੇ ਨੂੰ ਪੁੱਛਦੇ ਨੇ ਵੀ ਸਤਿਗੁਰੂ ਕਿੱਥੇ ਨੇ। ਤੇ ਜਿਹੜੇ ਸਤਿਗੁਰੂ ਮਹਾਰਾਜ ਦੇ ਭੇਤੀ ਸਨ ਉਹ ਦੱਸਦੇ ਨੇ ਵੀ ਇਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੰਗਲ ਦੇ ਵਿੱਚ ਨੇ। ਕਿਹੜੇ ਪਾਸੇ ਨੇ ਫਿਰ ਪਤਾ ਕੀਤਾ ਜਾਂਦਾ ਹੈ। ਜਦੋਂ ਪਤਾ ਲੱਗ ਜਾਂਦਾ ਵੀ ਗੁਰੂ ਮਹਾਰਾਜ ਫਲਾਣੇ ਪਾਸੇ ਨੇ, ਤੇ ਸੰਗਤਾਂ ਉਸ ਪਾਸੇ ਵੱਲ ਨੂੰ ਵਹੀਰਾਂ ਕੱਤ ਦਿੰਦੀਆਂ ਬਈ ਅਸੀਂ ਜਾ ਕੇ ਆਪਣੇ ਸਤਿਗੁਰੂ ਦੇ ਦਰਸ਼ਨ ਕਰੀਏ। ਪਰ ਜਦੋਂ ਨੇੜੇ ਜਾ ਕੇ ਵੇਖਦੇ ਨੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਕੁਛ ਹੋਰ ਹੀ ਸਵਾਂਗ ਧਾਰਨ ਕੀਤਾ ਹੋਇਆ ਹੈ। ਜਿਹੜੇ ਗੁਰਸਿੱਖ ਭਾਵਨਾ ਵਾਲੇ ਸਨ, ਉਹਨਾਂ ਨੇ ਸੋਚਿਆ ਵੀ ਇਹ ਗੁਰੂ ਦਾ ਕੋਈ ਸਾਂਗ ਵਰਤ ਰਿਹਾ ਹੈ,
ਬਈ ਸਾਨੂੰ ਗੁਰੂ ਦੇ ਕੋਲ ਜ਼ਰੂਰ ਜਾਣਾ ਹੀ ਚਾਹੀਦਾ। ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਗਏ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਹੱਥ ਵਿੱਚ ਸਲੋਤਰ ਫੜਿਆ ਸੀ, ਸੋਟਾ ਫੜਿਆ ਹੋਇਆ ਸੀ, ਉਹਦੇ ਨਾਲ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਹੁਣ ਜਿਹੜਾ ਸਿੱਖ ਜਾਵੇ ਤੇ ਉਹਦੇ ਡੰਡੇ ਪੈਣ।